अवले अल्लाह नूर उपाया कुदरत के सब बंदे एक नूर दे सब जग उपजा कौन भले को मंदे। ਦੁਨੀਆ ਕੁਝ ਪਤਨਾਂ ਦੇ ਤਾਰੂਆਂ ਨੂੰ ਯਾਦ ਕਰਦੀ ਏ, ਪਰ ਇੱਥੇ ਤਾਂ ਉਹ ਬ੍ਰਹਿਮੰਡ ਨੂੰ ਤਾਰ ਕੇ ਲੈ ਜਾਣ ਵਾਲੇ ਤਾਰੂ ਸਿੰਘ ਵਰਗੇ ਮਹਾਨ ਸੂਰਬੀਰ ਯੋਧੇ ਬ੍ਰਹਮ ਗਿਆਨੀ ਗੁਰੂ ਕਲਗੀਧਰ ਦੇ ਵਰਸਾਏ ਹੋਏ, ਜਿਨ੍ਹਾਂ ਨੂੰ ਗੁੜਤੀ ਮਿਲੀ ਬਾਣੀ ਦੀ, ਸੇਵਾ ਦੀ, ਪਿਆਰ ਦੀ। ਐਸੀ ਮੂਰਤ ਕੱਢ ਦਿੱਤੀ ਕਿ ਅੱਜ 300 ਸਾਲ ਗੁਜ਼ਰਨ ਦੇ ਬਾਅਦ ਵੀ ਜਿਵੇਂ ਦੁਨੀਆ ਧਰੂਵ ਤਾਰੇ ਨੂੰ ਤੱਕਦੀ ਹੈ, ਉਵੇਂ ਹੀ ਖਾਲਸਾ ਪੰਥ ਭਾਈ ਤਾਰੂ ਸਿੰਘ ਨੂੰ ਤੱਕ ਰਿਹਾ, ਜਿਨ੍ਹਾਂ ਨੇ ਐਡਾ ਵੱਡਾ ਇਤਿਹਾਸ ਸਿਰਜ ਦਿੱਤਾ। ਉਸ ਸਿਰਜਣਾ ਦੇ ਵਿੱਚ ਆਖਰ ਕੀ ਛੁਪਿਆ ਹੋਇਆ ਹੈ, ਕਿਵੇਂ ਇਹ ਸਾਰਾ ਕੁਝ ਹੋ ਗਿਆ, ਕੁਝ ਇਸ ਚੀਜ਼ ਨੂੰ ਢੰਡੋਲਣ ਦੀ ਅੱਜ ਕੋਸ਼ਿਸ਼ ਕਰਨ ਜਾ ਰਹੇ ਹਾਂ। ਸਾਡੇ ਨਾਲ ਭਾਈ ਸੁਖਜੀਤ ਸਿੰਘ ਕਨਈਆ, ਮੁੱਖ ਪ੍ਰਚਾਰਕ ਬੁੱਢਾ ਦਲ, ਅੱਜ ਦੀ ਵਿਚਾਰ ਵਿੱਚ ਸ਼ਾਮਲ ਹੋਏ ਨੇ। ਸੋ ਭਾਈ ਸਾਹਿਬ ਫਤਿਹ ਅਰਜ਼ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਤਾਰੂ ਸਿੰਘ ਜੀ ਦੇ 300 ਸਾਲਾ ਜਨਮ ਦਿਹਾੜੇ ਦੇ ਮੌਕੇ ਤੇ ਕੁਝ ਵਿਚਾਰਾਂ ਉਸ ਜਜ਼ਬੇ ਨੂੰ ਸਮਝਣ ਦੇ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਆਖਰ ਭਾਈ ਤਾਰੂ ਸਿੰਘ ਕਿਵੇਂ ਉਸ ਦੀ ਘਾੜਤ ਘੜੀ ਗਈ ਕਿ ਉਹ ਅੱਜ ਇੱਕ ਧਰੂਵ ਤਾਰੇ ਦੇ ਰੂਪ ਵਿੱਚ ਪੰਥ ਉਸ ਦੀ 300 ਸਾਲਾ ਸ਼ਤਾਬਦੀ ਮਨਾ ਰਿਹਾ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਦੇ ਪ੍ਰਥਾਏ ਬ੍ਰਹਮ ਗਿਆਨੀ ਸ਼ਬਦ ਵਰਤੀਏ, ਬ੍ਰਹਮ ਬੇਤੇ ਸ਼ਬਦ ਵਰਤੀਏ, ਪੂਰਨ ਸੰਤ ਸ਼ਬਦ ਵਰਤੀਏ, ਮੈਂ ਸਮਝਦਾ ਕਿ ਸ਼ਬਦਾਂ ਦੀ ਹੱਦ ਮੁੱਕ ਜਾਵੇਗੀ ਜੀ। ਪਰ ਭਾਈ ਤਾਰੂ ਸਿੰਘ ਜੀ ਦੀ ਸ਼ਖਸੀਅਤ ਨੂੰ ਇਸ ਲੌਕਿਕ ਬੋਲੀ ਦੇ ਨਾਲ ਬਿਆਨ ਕਰਨਾ ਬਹੁਤ ਕਠਿਨ ਹੈ, ਨਾਮੁਮਕਿਨ ਹੈ। ਕਿਉਂਕਿ ਐਸੀ ਸ਼ਖਸੀਅਤ ਦੇ ਮਾਲਕ ਨੇ, ਵੇਖੋ ਸੰਸਾਰੀ ਲੋਕ ਜਨਮ ਲੈਂਦੇ ਨੇ, ਗੱਲ ਕਰਦੇ ਨੇ ਜਨਮ ਸਵਾਰਨ ਦੀ, ਪਰ ਇਹ ਭਗਤ, ਇਹ ਗੁਰਮੁਖ ਜਨਮ ਲੈਂਦੇ ਨੇ ਗੁਰੂ ਨਾਨਕ ਦੇ ਘਰ ਵਿੱਚ, ਤੇ ਇਹ ਗੱਲ ਕਰਦੇ ਨੇ ਮਰਨ ਸਵਾਰਨ ਦੀ। ਸੰਸਾਰ ਦੇ ਵਿੱਚ ਪਹਿਲਾਂ ਜਨਮ ਹੈ, ਫਿਰ ਮਰਨ ਹੈ, ਤੇ ਧਰਮ ਦੇ ਵਿੱਚ, ਅਧਿਆਤਮਕ ਦੇ ਵਿੱਚ, ਗੁਰੂ ਨਾਨਕ ਦੀ ਸਿੱਖੀ ਵਿੱਚ ਪਹਿਲਾਂ ਮਰਨਾ ਤੇ ਫਿਰ ਜਨਮ। ਭਾਈ ਤਾਰੂ ਸਿੰਘ ਜਿਹਾ ਸੂਰਮਾ ਤਾਂ ਜੰਮਦਾ ਜਦੋਂ ਪਹਿਲਾਂ ਮਰ ਜਾਂਦਾ। ਬਿਲਕੁਲ ਇੱਕ ਬੜਾ ਹੀ ਗਹਿਰਾ ਜਿਹਾ ਵਿਚਾਰ ਜਿਹੜਾ ਸਾਡੇ ਨਾਲ ਭਾਈ ਸਾਹਿਬਾਂ ਨੇ ਸਾਂਝਾ ਕੀਤਾ। ਇਹਨੂੰ ਥੋੜਾ ਜਿਹਾ ਅੱਜ ਦੀ ਭਾਸ਼ਾ ਦੇ ਵਿੱਚ ਸਮਝਣਾ ਹੋਏ ਨਾ, ਤੇ ਮੈਨੂੰ ਲੱਗਦਾ ਕਿਉਂਕਿ ਅੱਜ ਹੈਪੀ ਬਰਥਡੇ ਦੀ ਗੱਲ ਬਹੁਤ ਚੱਲਦੀ ਹੈ, ਪਰ ਜਦੋਂ ਕਿਤੇ ਡੈਥ ਹੋ ਜਾਏ ਨਾ ਤੇ ਉਦੋਂ ਇੱਕਦਮ ਗਮ ਜਿਹਾ ਆ ਜਾਂਦਾ ਹੈ। ਪਰ ਉਹਨਾਂ ਦਾ ਹੈਪੀ ਡੈਥ ਡੇ ਵੀ ਮਨਾਏ ਜਾਂਦੇ ਨੇ ਜੀ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਹੁੰਦੀਆਂ ਨੇ ਨਾ, ਜਾਂ ਜਿਹੜੇ ਪੂਰਨ ਕਮਾਈ ਕਰਕੇ ਗਏ ਹੁੰਦੇ ਨੇ, ਉਹਨਾਂ ਦੀਆਂ ਬਰਸੀਆਂ ਖੁਸ਼ੀ ਦੀਆਂ ਹੁੰਦੀਆਂ ਨੇ ਜੀ। ਜਦੋਂ ਉਹਨਾਂ ਦੇ ਦਿਨ ਮਨਾਏ ਜਾਂਦੇ ਨੇ, ਅੱਜ ਚਾਹੇ ਅਸੀਂ ਉਹਨਾਂ ਦਾ 300 ਸਾਲਾ ਜਨਮ ਦਿਹਾੜਾ ਮਨਾ ਰਹੇ ਹਾਂ, ਪਰ ਜਦੋਂ ਉਹਨਾਂ ਦੀਆਂ ਸ਼ਹਾਦਤਾਂ ਦੇ ਦਿਹਾੜੇ ਜਾਂ ਸੰਤਾਂ ਮਹਾਂਪੁਰਖਾਂ ਦੇ ਸਦੀਵੀ ਲੀਨ ਹੋਣ ਦੇ ਦਿਹਾੜੇ ਜਿਹੜੇ ਨੇ, ਉਹ ਵੀ ਖੁਸ਼ੀ ਦੇ ਹੁੰਦੇ ਨੇ। ਸੋ ਉਹਨਾਂ ਦਾ ਜੀਣਾ ਵੀ ਵੱਖਰਾ ਹੁੰਦਾ ਤੇ ਉਹਨਾਂ ਦਾ ਜਾਣਾ ਵੀ ਵੱਖਰਾ ਹੁੰਦਾ। ਦੇਖੋ ਸੰਸਾਰ ਦੇ ਵਿੱਚ ਜਨਮ ਦਿਨ ਹੁੰਦਾ, ਆਪਾਂ ਜਨਮ ਦੀ ਗੱਲ ਕਰਦੇ ਹਾਂ ਜੀ, ਸੰਸਾਰੀ ਬੰਦਿਆਂ ਦੇ, ਪਰ ਗੁਰਮੁਖਾਂ ਦੇ, ਗੁਰਸਿੱਖਾਂ ਦੇ, ਐਸੇ ਸ਼ਹੀਦਾਂ ਦੇ, ਅਮਰ ਸ਼ਹੀਦਾਂ ਦੇ ਜਦੋਂ ਜਨਮ ਦਿਨ ਵੀ ਆਉਂਦੇ ਨੇ ਨਾ, ਤੇ ਗੱਲ ਫਿਰ ਵੀ ਉਹਨਾਂ ਦੀ ਸ਼ਹਾਦਤ ਦੀ ਆਉਂਦੀ ਹੈ। ਕਿਉਂਕਿ ਸੰਸਾਰ ਦਾ ਬੰਦਾ ਜੰਮਦਾ ਤੇ ਕਈਆਂ ਦੀ ਆਸ ਪੈਦਾ ਹੁੰਦੀ ਹੈ, ਮਰਦਾ ਕਈਆਂ ਦੀ ਆਸ ਟੁੱਟਦੀ ਹੈ। ਇੱਕ ਆਮ ਬੰਦਾ ਮਰਦਾ, ਉਹਦੇ ਨਾਲ ਕਈ ਪਰਿਵਾਰ ਖਤਮ ਹੁੰਦੇ ਨੇ, ਪਰ ਜਦੋਂ ਗੁਰੂ ਕਾ ਲਾਲ, ਗੁਰੂ ਕਾ ਪਿਆਰਾ ਸ਼ਹਾਦਤ ਦਿੰਦਾ ਤੇ ਉਹ ਫਿਰ ਲੱਖਾਂ ਨੌਜਵਾਨਾਂ ਨੂੰ ਗੁਰੂ ਨਾਨਕ ਦੀ ਸਿੱਖੀ ਤੋਂ ਤਨ ਵਾਰਨ ਲਈ ਤਿਆਰ ਕਰ ਦਿੰਦਾ। ਭਾਵ ਇਹਨਾਂ ਦਾ ਮਰਨ ਕਈਆਂ ਦਾ ਜਨਮ ਕਰ ਦਿੰਦਾ। ਬਿਲਕੁਲ ਇਸੇ ਵਾਸਤੇ ਹੀ ਜਾਸਾ ਵਰਗੇ ਜਿਹੜੇ ਕਾਨੂੰਨ ਬਣਾਏ ਸੀ ਨਾ, ਉਹਨਾਂ ਨੂੰ ਪਤਾ ਸੀ ਜਿੱਥੇ ਜਿੱਥੇ ਸ਼ਹੀਦਾਂ ਦੀ ਰਤ ਡੋਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ। ਉਹ ਗੁਲਾਬ ਕੀ ਹੈ? ਉਹ ਖੇੜਾ ਆਉਂਦਾ ਹੈ ਜੀ। ਉਹਨਾਂ ਦੀ ਉਸ ਕੁਰਬਾਨੀ ਨੂੰ ਤੱਕ ਕੇ ਕਈ ਹੋਰ ਖੜੇ ਹੋ ਜਾਂਦੇ ਨੇ, ਉਹਨਾਂ ਨੂੰ ਵੀ ਉਹ ਖੇੜਾ ਆਉਂਦਾ ਹੈ।
ਉਹ ਵੀ ਮਗਣਾ ਸ਼ੁਰੂ ਕਰ ਦਿੰਦੇ ਨੇ। ਜਿਵੇਂ ਕੋਲਾ ਹੁੰਦਾ ਤਾਂ ਕਾਲਾ ਆ ਨਾ, ਪਰ ਜਦੋਂ ਉਹਨੂੰ ਸੇਕ ਮਿਲਦਾ ਤੇ ਫਿਰ ਉਹਦੀ ਲਾਲੀ ਜਿਹੜੀ ਆ ਉਹ ਕਿਸੇ ਹੋਰ ਚੀਜ਼ ਚੋਂ ਉਹ ਲਾਲੀ ਨਹੀਂ ਮਿਲ ਸਕਦੀ ਜਿਹੜੀ ਉਸਦੇ ਮਗਦੇ ਹੋਏ ਕੋਲੇ ਦੀ ਲਾਲੀ। ਸੋ ਐਵੇਂ ਜਦੋਂ ਕਿਸੇ ਰੂਹ ਨੂੰ ਉਹ ਨਾਮ ਦਾ ਤੇ ਰੱਬੀ ਪਿਆਰ ਵਾਲੀਆਂ ਜਿਹੜੀਆਂ ਹਸਤੀਆਂ ਹੁੰਦੀਆਂ ਨੇ, ਐਸੇ ਮਹਾਂਪੁਰਖ ਜਿਹੜੇ ਹੁੰਦੇ ਨੇ, ਐਸੇ ਸ਼ਹੀਦ ਹੁੰਦੇ ਨੇ, ਉਹਨਾਂ ਦਾ ਜਦੋਂ ਉਹਨਾਂ ਦੇ ਜੀਵਨ ਦੇ ਉੱਤੇ ਅਸਰ ਆਉਂਦਾ ਤੇ ਫਿਰ ਉਹ ਵੀ ਮੰਗਣਾ ਸ਼ੁਰੂ ਕਰ ਦਿੰਦਾ। ਭਾਈ ਸਾਹਿਬ, ਭਾਈ ਰਤਨ ਸਿੰਘ ਭੰਗੂ ਜੀ ਨੂੰ ਜੇ ਸੁਰਤ ਦੁਆਰਾ ਸਵਾਲ ਕਰੀਏ ਨਾ ਜੀ ਕਿ ਭਾਈ ਤਾਰੂ ਸਿੰਘ ਦੀ ਤਸਵੀਰ ਦੇ ਸਾਹਮਣੇ ਜਾ ਕੇ ਜੀ ਰੋਮ ਰੋਮ ਦੇ ਵਿੱਚ ਹਲਚਲ ਕਿਉਂ ਹੁੰਦੀ ਹੈ, ਚਿਹਰੇ ਦੇ ਉੱਤੇ ਲਾਲੀ ਕਿਉਂ ਆਉਂਦੀ ਹੈ, ਜੀ ਚਿਹਰਾ ਦਗਦਗ ਕਰਦਾ ਉਸ ਸੂਰਮੇ ਦਾ ਜਦੋਂ ਤੱਕਦੇ ਆ ਇੱਕ ਤਸਵੀਰ ਦੇ ਵਿੱਚੋਂ ਵੀ, ਤੇ ਅੰਦਰ ਇੱਕ ਕ੍ਰਾਂਤੀ ਛਿੜਦੀ ਹੈ ਕਿਉਂ। ਤੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਵੀ ਤਾਰੂ ਸਿੰਘ ਜੀ ਪੰਜ ਭੂਤਕ ਸਰੀਰ ਦੇ ਮੁਹਤਾਜ ਨਹੀਂ। ਕਹਿੰਦੇ ਨੇ ਜੋ ਮਾਝੇ ਮੋ ਬਸਤ ਥੇ ਭਲੇ ਸੋ ਪੂਲੇ ਗਾਮ, ਹਠੀ ਤਪੀ ਸਾਚੋ ਸਤੀ ਨਿਹੰਗ ਤਾਰੂ ਸਿੰਘ ਨਾਮ। ਨਿਹੰਗ ਤਾਰੂ ਸਿੰਘ ਨਾਮ, ਕਿਉਂਕਿ ਭਾਈ ਤਾਰੂ ਸਿੰਘ ਨਿਹੰਗ ਸਿੰਘ ਬਾਣੇ ਦੇ ਧਾਰਨੀ, ਪੂਰਨ ਗੁਰਸਿੱਖ ਮਰਿਆਦਾ ਚ ਰਹਿਣ ਵਾਲੇ। ਔਰ ਫਿਰ ਹਠੀ ਤਪੀ ਕੇਵਲ ਬਾਣਾ ਨਹੀਂ, ਬਾਣੀ ਵੀ ਪੱਲੇ, ਇਬਾਦਤ ਵੀ ਪੱਲੇ, ਸਿਮਰਨ ਵੀ ਪੱਲੇ। ਬਿਲਕੁਲ। ਹਠੀ ਤਪੀ ਸਾਚੋ ਸਤੀ। ਹਠੀ ਐਸਾ ਕਿ ਚੌਂਕੜਾ ਲਾਉਂਦੇ ਨੇ ਅੰਮ੍ਰਿਤ ਵੇਲੇ 12 ਵਜੇ ਤੋਂ ਬਾਅਦ 8-8 10-10 ਘੰਟਿਆਂ ਦੇ ਚੌਂਕੜੇ ਲਾਉਣੇ। ਹਠੀ ਤਪੀ, ਤਪ ਕਰਨਾ ਗੁਰੂ ਕੀ ਸੇਵਾ ਦਾ, ਗੁਰੂ ਦੀ ਸੇਵਾ, ਤਪ ਦਾ ਵੀ ਤਪ ਹੈ ਜੋ ਉਹ ਤਪ ਕਰਨਾ ਜੀ, ਗੁਰੂ ਦੀ ਸੇਵਾ ਦਾ ਤਪ ਕਰਨਾ। ਤੇ ਸਾਚੋ ਸਤੀ, ਹਿਰਦੇ ਦੇ ਵਿੱਚ ਸਤ ਸਾਚ ਸ਼੍ਰੀ ਨਿਵਾਸ, ਆਦ ਪੁਰਖ ਸਦਾ ਤੁਹੀਂ, ਵਾਹਿਗੁਰੂ 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 ਵਾਹਿਗੁਰੂ। ਜਿਨ੍ਹਾਂ ਵਾਹਿਗੁਰੂ ਨੂੰ ਪਿਆਰ ਕੀਤਾ, ਦੇਖੋ ਜਿਨ੍ਹਾਂ ਜਪਜੀ ਸਾਹਿਬ ਨੂੰ ਪਿਆਰ ਕੀਤਾ, ਮੈਂ ਕਈ ਵਾਰੀ ਸੋਚਦਾ ਕਿ ਵਾਹਿਗੁਰੂ ਗੁਰਮੰਤਰ ਉਹੀ ਹੈ ਜਿਹੜਾ ਕਦੇ ਭਾਈ ਤਾਰੂ ਸਿੰਘ ਨੇ ਰਸਨਾ ਤੋਂ ਉਚਾਰਿਆ। ਜਪਜੀ ਸਾਹਿਬ ਅੱਜ ਵੀ ਉਹੀ ਹੈ ਜਿਹੜਾ ਭਾਈ ਤਾਰੂ ਸਿੰਘ ਜੀ ਪੜ੍ਹਦੇ ਸੀ। ਜਾਪ ਸਾਹਿਬ ਅੱਜ ਵੀ ਉਹੀ ਹੈ ਜਿਹੜਾ ਭਾਈ ਤਾਰੂ ਸਿੰਘ ਪੜ੍ਹਦੇ ਸੀ। ਪਰ ਅੱਜ ਦੇ ਸਿੱਖਾਂ ਦੇ ਵਿੱਚ ਤੇ ਉਹਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਤਾਂ ਹੈ ਵੀ ਜਦੋਂ ਉਹ ਜਪਜੀ ਸਾਹਿਬ ਪੜ੍ਹਦੇ ਸੀ ਉਹ ਗੁਰੂ ਨਾਨਕ ਨੂੰ ਸਾਹਮਣੇ ਬੈਠਾ ਮਹਿਸੂਸ ਕਰਦੇ ਸੀ। ਅੱਜ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਸਾਡੇ ਮਨ 'ਚ ਸ਼ੰਕੇ ਮਹਿਸੂਸ ਹੁੰਦੇ। ਬਿਲਕੁਲ, ਉਹ ਭਾਵਨਾ ਹੋਵੇ ਤਾਂ ਉਹ ਮਹਿਸੂਸ ਹੀ ਨਹੀਂ ਕਰਦੇ। ਉਹਨਾਂ ਦੇ ਉੱਤੇ ਬਾਣੀ ਮਹਾਰਾਜ ਸਾਹਮਣੇ ਬਹਿ ਕੇ ਸੁਣਦੇ ਨੇ। ਅਸਲ 'ਚ ਜਿਹੜੀ ਗੱਲ ਆ ਤੁਸੀਂ ਥੋੜੀ ਜੀ ਉਧਰ ਟੱਚ ਕੀਤੀ ਹੈ, ਅਸਲ 'ਚ ਇਵੇਂ ਹੀ ਆ। ਤੇ ਜਿਹੜੇ ਰੱਬੀ ਪਿਆਰ ਵਾਲੀਆਂ ਐਸੀਆਂ ਬਖਸ਼ੀਆਂ ਰੂਹਾਂ ਹੁੰਦੀਆਂ ਨੇ ਉਹ ਗੁਰੂ ਨਾਨਕ ਨੂੰ ਹਰਦਮ ਹਾਜ਼ਰ ਨਾਜ਼ਰ ਸਮਝ ਕੇ ਉਹਨਾਂ ਦੇ ਆਸਣ ਵਿਛਾ ਕੇ ਤੇ ਫੇਰ ਬਾਣੀ ਪੜ੍ਹਦੇ, ਉਹਨਾਂ ਨੂੰ ਸੁਣਾਉਂਦੇ। ਬਾਣੀ ਸਿਰਫ ਆਪਣੇ ਵਾਸਤੇ ਨਹੀਂ ਪੜ੍ਹਦੇ, ਗੁਰੂ ਸਾਹਿਬ ਨੂੰ ਸੁਣਾਉਂਦੇ। ਗੁਰੂ ਸਾਹਿਬ ਨੂੰ ਕੀਰਤਨ ਮਹਾਰਾਜ ਨੂੰ ਸੁਣਾਉਣਾ, ਬਾਣੀ ਮਹਾਰਾਜ ਨੂੰ ਸੁਣਾਉਣੀ, ਉਹਨਾਂ ਦੀ ਇਹ ਭਾਵਨਾ ਸੀ। ਅੱਜ ਸਾਡੇ ਮਨਾਂ ਦੇ ਵਿੱਚੋਂ ਉਹ ਭਾਵਨਾ ਘਟਦੀ ਗਈ। ਅਸੀਂ ਉਹਨਾਂ ਚੀਜ਼ਾਂ ਨੂੰ ਹੁਣ ਕਹਿ ਦਿੰਦੇ ਹਾਂ ਵਿਖਾਵਾ ਕੀ ਕਰਦੇ ਆ ਜੀ, ਇਹਦੀ ਕੀ ਲੋੜ ਆ, ਚਾਦਰ ਵਿਛਾਉਣ ਦੀ ਕੀ ਲੋੜ ਆ। ਇਹ ਪਰ ਗੱਲ ਤਾਂ ਭਾਵਨਾ ਵਾਲਿਆਂ ਦੀ। ਜੇ ਕਿਸੇ ਖਾਸ ਮਹਿਮਾਨ ਨੂੰ ਸੱਦਣਾ ਹੋਏ ਤੇ ਉਹਦੇ ਵਾਸਤੇ ਆਸਣ ਤਾਂ ਲਾਉਣਾ ਹੀ ਬਣਦਾ ਹੈ ਨਾ ਜੀ। ਤੇ ਜੇ ਅਸੀਂ ਚਾਹੁੰਦੇ ਆ, ਸੰਗਤ ਜੀ ਗੱਲ ਥੋੜੀ ਸੂਖਮ ਆ, ਭਾਈ ਸਾਹਿਬ ਹੋਰਾਂ ਨੇ ਟੱਚ ਕੀਤੀ ਹੈ ਤਾਂ ਕਰਕੇ ਥੋੜਾ ਜਿਹਾ ਇਹਦੇ ਤੇ ਵਿਚਾਰ ਕਰ ਲਈਏ। ਜੇ ਚਾਹੁੰਦੇ ਆ ਤੇ ਘੱਟੋ ਘੱਟ ਅੰਦਰ ਦੀ ਸੀਟ ਜਿੱਥੇ ਵਿਛਾਉਣੀ ਕਿ ਬਾਹਰ ਵੀ ਵਿਛਾ ਲਈਏ ਤੇ ਕੀ ਉਹਦੇ 'ਚ। ਜੇ ਕਿਤੇ ਮਹਾਰਾਜ ਕਿਤੇ ਤਰਸ ਕਰਕੇ ਆ ਹੀ ਜਾਣ ਤੇ ਉਹਨਾਂ ਨੂੰ ਲੱਗੇ ਕਿ ਹਾਂ ਬੱਚਿਆਂ ਨੇ ਕੋਈ ਜਗ੍ਹਾ ਰੱਖੀ ਹੈ। ਤਾਂ ਹੀ ਬਾਣੀ ਚਾਹੁੰਦਾ ਨਾ, ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ। ਆਪ ਸੁੰਨ ਸਮਾਧੀਆਂ ਤਾਂ ਲੱਗਦੀਆਂ ਜੇ ਤਿੰਨਾਂ ਦਾ ਧਿਆਨ ਧਰਾਂ, ਸਰਗੁਣ ਦਾ ਵੀ, ਨਿਰਗੁਣ ਦਾ ਵੀ ਤੇ ਫਿਰ ਨਿਰੰਕਾਰ ਦਾ ਵੀ, ਜਿਹਦਾ ਆਕਾਰ ਹੀ ਕੋਈ ਨਹੀਂ। ਪਰ ਇੱਕ ਵਾਰੀ ਮੂਰਤ ਤੇ ਕਲਗੀਧਰ ਦੀ ਵੀ ਅੱਖਾਂ ਸਾਹਮਣੇ ਲਿਆਉਣੀ ਪਏਗੀ। ਗੁਰੂ ਨਾਨਕ ਸਾਹਿਬ ਦੀ ਮੂਰਤ ਉਹ ਨੇਤਰਾਂ ਸਾਹਮਣੇ ਲਿਆ ਕੇ ਮਹਿਸੂਸ ਕਰਨਾ ਪਏਗਾ, ਤਾਂ ਹੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਦੀ ਹੈ। ਅੱਜ ਅਰਦਾਸ ਚ ਰੋਜ਼ਾਨਾ ਜੇ ਯਾਦ ਕਰਦੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਸੀਸ ਬੜੇ ਦਿੰਦੇ ਨੇ ਪਰ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ ਖੋਪੜੀਆਂ ਲੁਹਾਈਆਂ। ਜਿਨ੍ਹਾਂ ਬੰਦ ਕਟਾਲੇ। ਇਹੀ ਤਾਂ ਸਵਾਲ ਹੈ। ਜੇ ਸਾਡੇ ਮਨਾਂ ਦੇ ਵਿੱਚ ਸਵਾਲ ਵੀ ਦੋ ਤਰ੍ਹਾਂ ਦੇ ਹੁੰਦੇ। ਇੱਕ ਤਾਂ ਹੁੰਦੇ ਕਿ ਐਵੇਂ ਟੁੱਚਰਬਾਜੀ, ਤੇ ਇੱਕ ਹੁੰਦਾ ਸਵਾਲ ਕਿ ਗਿਆਨ ਲੈਣ ਦੇ ਵਾਸਤੇ।
ਤੇ ਆਪਾਂ ਉਹ ਗਿਆਨ ਵਾਲਾ ਜੇ ਸਵਾਲ ਕਰੀਏ ਨਾ, ਪਾਤਸ਼ਾਹ ਉਹ ਸਿੱਖ ਤੁਹਾਡੇ ਕਿਵੇਂ ਦੇ ਬਣੇ ਸੀ, ਕਿਹੜੀ ਮਿੱਟੀ ਦੇ ਬਣਾਏ ਸੀ ਤੁਸੀਂ, ਉਹਨਾਂ ਨੂੰ ਕੀ ਲਾ ਦਿੱਤਾ ਸੀ? ਉਹਨਾਂ ਨੂੰ ਪੀੜ ਵੀ ਨਹੀਂ ਸੀ ਹੁੰਦੀ, ਉਹਨਾਂ ਨੂੰ ਹੁਣ ਗੱਲ ਤਾਂ ਖੋਪਰ ਲੱਥਣ ਦੀ ਆ ਨਾ, ਤੇ ਖੋਪਰ ਲਵਹਾ ਕੇ ਫਿਰ 21 ਦਿਨ 22 ਦਿਨ ਆਪਣੀ ਮੌਜ ਦੇ ਵਿੱਚ ਜਿੰਦੇ ਰਹਿਣਾ, ਉਹ ਕੀ ਸੀ, ਖੇਡ ਕੀ ਸੀ? ਪਾਤਸ਼ਾਹ ਸਾਨੂੰ ਉਹ ਸਮਝਾ। ਤੇ ਮੈਨੂੰ ਲੱਗਦਾ ਕਿ ਇਹ ਸ਼ਤਾਬਦੀ ਸਾਡੀ ਮਨਾਈ ਸਫਲੀ ਹੋਏਗੀ ਜੇ ਸਾਡੇ ਚੋਂ ਕੁਝ ਰੂਹਾਂ ਦੇ ਮਨ 'ਚ ਵੀ ਇਹ ਸਵਾਲ ਆ ਜੇ, ਪਾਤਸ਼ਾਹ ਸਾਨੂੰ ਦੱਸ ਤਾਂ ਸਹੀ ਉਹ ਕਿਵੇਂ ਤਿਆਰ ਕੀਤੇ ਸੀ, ਉਹਨਾਂ 'ਚ ਕੀ ਸੀ? ਬਾਬਾ ਦੀਪ ਸਿੰਘ ਦਾ ਸੀਸ ਲੱਥ ਗਿਆ, ਕਿਵੇਂ ਲੜ ਗਿਆ? ਉਹ ਸਾਨੂੰ ਕਹਾਣੀ ਸਮਝਾ। ਇਹ ਕਹਾਣੀ ਸਮਝਣ ਦੇ ਵਾਸਤੇ ਅਸੀਂ ਭਾਈ ਸਾਹਿਬ ਹੋਰਾਂ ਦੀ ਵੀ ਮਦਦ ਅੱਜ ਨਾਲ ਲੈ ਰਹੇ ਹਾਂ ਜੀ। ਜਦੋਂ ਅਰਦਾਸ ਕਰਦੇ ਆ ਨਾ ਜੀ ਰੋਜ਼, ਸਾਡੇ ਪੂਰਵਜਾਂ ਨੇ ਜਿਹੜੀ ਅਰਦਾਸ ਬਣਾਈ ਉਹ 'ਚ ਲਿਖਿਆ, ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ। ਮੇਰੇ ਹਿਸਾਬ ਨਾਲ ਆਪਾਂ ਬਹੁਤ ਕਾਹਲੀ 'ਚ ਪੈਰਾ ਪੜ ਜਾਂਦੇ ਆ, ਪਰ ਸਿੱਖਾਂ ਨੂੰ ਸਿੱਖੀ ਦਾਨ, ਇਹਨਾਂ ਨੂੰ ਕੇਸ ਦਾਨ। ਉਹ ਜਿਹੜੀ ਦੋਸ਼ ਦਾਨ ਮੰਗੇ ਉਹ ਕਿਉਂ ਮੰਗੇ? ਆਪਾਂ ਕਹਾਂਗੇ ਕੇਸ ਤੇ ਆ ਹੀ ਰਹੇ ਨੇ, ਸਿੱਖੀ ਆ ਹੀ ਰਹੀ ਹੈ, ਪਰ ਇਹ ਆਮ ਸੰਸਾਰ ਦੇ ਕੇਸ ਆ ਜਾਣੇ, ਉਹਨਾਂ ਉੱਤੇ ਉਹ ਗੁਰੂ ਦੇ ਹੀ ਮੋਹਰ ਨਹੀਂ ਹੁੰਦੀ, ਜਿਹੜੀ ਮੋਹਰ ਖੰਡੇ ਦੀ ਪੋਲ ਲੈ ਕੇ ਗੁਰੂ ਕਲਗੀਧਰ ਜੀ ਲਾਉਂਦੇ ਨੇ। ਸਿੱਖਾਂ ਨੂੰ ਸਿੱਖੀ ਦਾਨ ਕਿਉਂ? ਕਿਤੇ ਸਿੱਖੀ ਛੋਟੀ ਮੋਟੀ ਖੇਡ ਥੋੜਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਸਿੱਖੀ ਤਾਂ ਮਿਲਦੀ ਹੈ ਜੇ ਭਾਈ ਤਾਰੂ ਸਿੰਘ ਦੀ ਤਰ੍ਹਾਂ ਕੋਈ ਸਿਦਕ ਨਿਭਾਵੇ, ਸਿੱਖੀ ਤਾਂ ਮਿਲਦੀ ਹੈ ਜੇ ਕੋਈ ਭਾਈ ਮੰਝ ਦੀ ਤਰ੍ਹਾਂ ਗੁਰੂ ਘਰ ਦੀ ਸੇਵਾ ਕਰੇ, ਸਿੱਖੀ ਤਾਂ ਮਿਲਦੀ ਹੈ ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਸੋਮਾ ਬਣ ਜਾਵੇ ਤੇ ਗੁਰੂ ਰਾਮਦਾਸ ਕਿਰਪਾ ਕਰਕੇ ਸੋਮਾ ਸ਼ਾਹ ਬਣਾ ਦੇਣ। ਸਿੱਖੀ ਤਾਂ ਮਿਲਦੀ ਹੈ ਜੇ ਇੱਥੇ ਆ ਕੇ ਦੀਪਾ ਬਣ ਕੇ ਆਵੇ, ਅੰਦਰ ਦਾ ਦੀਪ ਜਗਾਵੇ ਤੇ ਗੁਰੂ ਕਲਗੀਧਰ ਖੰਡੇ ਦੀ ਪੋਲ ਦੇ ਕੇ ਦੀਪ ਸਿੰਘ ਬਣਾ ਦੇਣਾ। ਸਿੱਖੀ ਤਾਂ ਮਿਲਦੀ ਹੈ ਜੇ ਵਾਹਿਗੁਰੂ ਗੁਰੂ ਮੰਤਰ ਦੀ ਮਣੀ ਨੂੰ ਅੰਦਰ ਲਿਆਵੇ ਤੇ ਗੁਰੂ ਨਾਨਕ ਦੀ ਸਿੱਖੀ ਨੂੰ ਭਾਈ ਮਣੀ ਸਿੰਘ ਬਣਾ ਦੇਵੇ। ਸਿੱਖੀ ਤਾਂ ਮਿਲਦੀ ਹੈ ਜਿਹੜਾ ਗੁਰੂ ਨਾਨਕ ਦੇ ਗੁਰਮੰਤਰ ਦੇ ਸਰੋਵਰ ਦੇ ਵਿੱਚ ਰੋਜ਼ ਤਾਰੀਆਂ ਲਾਵੇ ਤੇ ਗੁਰਮੰਤਰ ਦੀ ਤਾਕਤ ਉਹਨੂੰ ਤਾਰੂ ਸਿੰਘ ਬਣਾ ਦੇਵੇ। ਬਿਲਕੁਲ, ਉਹ ਤਾਰੀਆਂ ਲਾਈਆਂ ਤੇ ਫੇਰ ਹੀ ਤਾਰੂ ਬਣੇ, ਸਿਰਫ ਨਾਂ ਦੇ ਤਾਰੂ ਨਹੀਂ ਜੀ, ਉਹ ਕਰਮਾਂ ਦੇ ਤਾਰੂ। ਤੇ ਮੈਂ ਤਾਂ ਐਵੇਂ ਵੀ ਮਹਿਸੂਸ ਕੀਤਾ ਉਹਨਾਂ ਦੀ ਉਸ ਧਰਤੀ ਤੇ ਜਾ ਕੇ ਕਿ ਉਹ ਆਪ ਹੀ ਨਹੀਂ ਤਰੇ, ਉਹ ਤਾਰਨ ਹਰੇ ਹੀ ਬਣ ਗਏ ਹੋਏ। ਉਹ ਗੁਰੂ ਦੀ ਰਹਿਮਤ ਲੈ ਕੇ ਉਹਨਾਂ ਸ਼ਹੀਦਾਂ ਸਿੰਘਾਂ ਦੇ ਕਿਤੇ ਸਰਦਲ ਤੇ ਜਾ ਕੇ ਸੀਸ ਨਵਾਈਏ ਨਾ, ਤੇ ਫਿਰ ਮਹਿਸੂਸ ਹੁੰਦਾ ਸੰਗਤ ਜੀ ਕਿ ਉਹ ਰੱਬ ਉਹਨਾਂ ਦੇ ਵਾਸੀ ਹੈ। ਐਵੇਂ ਨਹੀਂ ਸ਼ਹੀਦਾਂ ਸਿੰਘਾਂ ਦੇ ਦਰਾਂ ਦੇ ਉੱਤੇ ਇੰਨੀਆਂ ਬਰਕਤਾਂ ਚੱਲਦੀਆਂ, ਉਹ ਮੌਤ ਚਾਹੇ ਕੁਝ ਵੀ ਕਰ ਜਾਂਦੇ ਨੇ। ਸੋ ਉਹਨਾਂ ਦੀਆਂ ਕਾਲਣਾ ਉਹ ਕਮਾਈਆਂ ਨੇ ਜਿਹੜੀਆਂ ਅੱਜ 3 ਸਦੀਆਂ ਬਾਅਦ ਵੀ ਗੂੰਜਦੀਆਂ ਪਈਆਂ। ਦੇਖੋ ਅੱਜ ਸੁੱਖ ਸਹੂਲਤਾਂ ਬਹੁਤ ਸਾਨੂੰ ਮਿਲੀਆਂ, ਜੇ ਅਸੀਂ ਅੱਜ ਗੱਦਿਆਂ ਤੇ ਸੋ ਰਹੇ ਹਾਂ ਤੇ ਉਹਨਾਂ ਦੇ ਕਰਕੇ ਜਿਹੜੇ ਕੰਡਿਆਂ ਦੀ ਸੇਜ ਤੇ ਸੁੱਤੇ। ਜੇ ਅੱਜ ਆਪਾਂ ਗੱਡੀਆਂ ਵਾਹਨਾਂ ਦੇ ਵਿੱਚ ਜਹਾਜ਼ਾਂ 'ਚ ਸਫ਼ਰ ਕਰਦੇ ਆਂ ਤੇ ਉਹਨਾਂ ਕਰਕੇ ਜਿਨ੍ਹਾਂ ਘੋੜਿਆਂ ਦੀਆਂ ਕਾਠੀਆਂ ਤੇ ਬੈਠ ਕੇ ਰਾਤਾਂ ਕੱਟੀਆਂ, ਉਹਨਾਂ ਸਿੰਘਾਂ ਕਰਕੇ ਜਿਨ੍ਹਾਂ ਅਗਨੀ ਜਲਾ ਕਰਕੇ ਸਰਦੀਆਂ ਕੱਟੀਆਂ। ਪਰ ਇਹ ਸਭ ਕਿਵੇਂ ਹੋਇਆ? ਜੇ ਇਤਿਹਾਸ ਵੇਖੀਏ ਤੇ ਪੂਲੇ ਪਿੰਡ ਦੇ ਵਿੱਚ ਭਲੇ ਸੋ ਪੂਲੇ ਗਾਮ, ਭਾਈ ਤਾਰੂ ਸਿੰਘ ਦਾ ਭਾਈ ਜੋਧ ਸਿੰਘ ਦੇ ਘਰ ਤੇ ਮਾਤਾ ਧਰਮ ਕੌਰ ਦੀ ਕੁੱਖੋਂ ਜਨਮ ਹੋਇਆ। ਤੇ ਧੰਨੋ ਮਾਤਾ ਜਿਹਨੇ ਗੁਰਬਾਣੀ ਦੀ ਗੁੜਤੀ ਦਿੱਤੀ, ਸਿਮਰਨ ਦੀ, ਗੁਰੂ ਨਾਨਕ ਦੀ ਸਿੱਖੀ ਦੀ ਗੁੜਤੀ ਦਿੱਤੀ। ਪਰ ਜਨਮ ਤੋਂ 6-7 ਸਾਲ ਬਾਅਦ ਬਾਲ ਅਵਸਥਾ 'ਚ ਪਿਤਾ ਜੀ ਚੜ੍ਹਾਈ ਕਰ ਗਏ। ਪਰ ਵੇਖੋ ਕਿ ਉਸ ਉਮਰ ਦੇ ਵਿੱਚ ਜਦੋਂ ਬੱਚੇ ਆਮ ਵਿਗੜ ਜਾਂਦੇ ਆ, ਪਰ ਇਹ ਕਿਹੜੀ ਮਿੱਟੀ ਦੇ ਬਣੇ ਸੀ ਕਿ ਰੋਜ਼ਾਨਾ ਮਾਤਾ ਨੇ ਚੌਂਕੜਾ ਮਾਰ ਕੇ ਨਾਲ ਬਿਠਾਉਣਾ ਤੇ ਬੱਚੇ ਨੂੰ ਕਹਿਣਾ ਵੀ ਉਸ ਅਕਾਲ ਪੁਰਖ ਦਾ ਜਾਪ ਕਰੀਏ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਤੂੰ ਹੀ ਹੈ ਮਾਤ ਪਿਤਾ ਗੁਰ ਤੂੰ ਹੀ ਹੈ ਪੋਖਨਹਾਰ ਗੁਸਾਈ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਭਾਈ ਤਾਰੂ ਸਿੰਘ ਨੇ ਜੱਫਾ ਹੀ ਪਾ ਲਿਆ। ਜੱਫਾ ਹੀ ਪਾ ਲਿਆ। ਜਪਜੀ ਸਾਹਿਬ ਦਾ ਪਾਠ ਖੋਪੜ ਲੈਣ ਤੋਂ 22 ਦਿਨ ਬਾਅਦ ਤੱਕ ਵੀ ਜਪਜੀ ਸਾਹਿਬ ਦਾ ਪਾਠ ਜ਼ੁਬਾਨ ਤੋਂ ਜੁਦਾ ਨਾ ਹੋਇਆ। ਭਾਵ ਖੋਪੜ ਲੈ ਗਿਆ ਪਰ ਜਪਜੀ ਦਾ ਪਾਠ ਨਾ ਛੱਡਿਆ
ਤੇ ਅੱਜ ਸਾਨੂੰ ਇਹ ਸੋਚਣਾ ਚਾਹੀਦਾ ਵੀ ਸਿੱਖੀ ਤਾਂ ਮਿਲੇਗੀ, ਕੇਸਾਂ ਸਵਾਸਾਂ ਤੰਗ ਸਿੱਖੀ ਤਾਂ ਨਿਭਾ ਸਕਦੇ ਆ ਜੇ ਰੋਜ਼ਾਨਾ ਕੰਠ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਹੋਵੇਗਾ। ਬਿਲਕੁਲ, ਇਹ ਬਾਣੀ ਅੰਦਰ ਚੱਲੇਗੀ ਤੇ ਬਾਹਰ ਦਾ ਜਿਹੜਾ ਬਾਣਾ ਨਾ ਉਹ ਫੇਰ ਹੀ ਸੋਭਨੀਕ ਬਣਦਾ। ਤੇ ਇਹ ਦੋਨੋਂ ਚੀਜ਼ਾਂ ਆਪਸ ਦਾ ਇੱਕ ਐਸਾ ਸੁਮੇਲ ਬਣ ਜਾਂਦਾ ਕਿ ਜਿਸ ਦੇ ਨਾਲ ਇੱਕ ਰੂਹ ਖਿੜਦੀ ਹੈ, ਜਿਹਨੂੰ ਕਹਿ ਦਈਏ ਨਾ, ਇੱਕ ਤਾਂ ਸਰੀਰ ਜਵਾਨ ਹੁੰਦਾ, ਇੱਕ ਰੂਹ ਜਵਾਨ ਹੁੰਦੀ ਹੈ ਜੀ। ਤੇ ਰੂਹ ਜਿਹੜੀ ਉਹ ਬਾਣੀ ਦੇ ਨਾਲ ਤੇ ਅਭਿਆਸ ਦੇ ਨਾਲ ਫੇਰ ਜਵਾਨ ਹੁੰਦੀ, ਫੇਰ ਉਹ ਪੂਰੇ ਜੋਬਨ ਚ ਆਉਂਦੀ ਹੈ, ਜਿਵੇਂ ਕਿ ਐਸੇ ਯੋਧੇ ਸ਼ਹੀਦ ਜਿਹੜੇ ਨੇ ਉਹ ਕਰਾਮਾਤਾਂ ਆਪਣੀਆਂ ਕਰਕੇ ਗਏ ਜੀ। ਹੁਣ ਜਿਨ੍ਹਾਂ ਦਿਨਾਂ ਦੇ ਵਿੱਚ ਭਾਈ ਤਾਰੂ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਮੁਹੱਬਤ ਕਰ ਰਹੇ ਨੇ, ਉਹ ਸਮਾਂ ਵੀ ਕੈਸਾ ਬਾਬਾ ਬੰਦਾ ਸਿੰਘ ਬਹਾਦਰ ਦੀ, ਭਾਈ ਮਨੀ ਸਿੰਘ ਜੀ ਦੀ ਸ਼ਹਾਦਤਾਂ ਤੋਂ ਬਾਅਦ ਕੈਸਾ ਸਮਾਂ ਕਿ ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਆ, ਪੱਤਾ ਪੱਤਾ ਸਿੰਘਾਂ ਦਾ ਵੈਰੀ ਹੈ ਤੇ ਸਿੰਘ ਜੰਗਲਾਂ 'ਚ ਰਹਿ ਰਹੇ, ਰਾਤਾਂ ਕੱਟ ਰਹੇ ਆ। ਤੇ ਜਿਹੜੀ ਮੈਂ ਬੇਨਤੀ ਕਰਨੀ ਕਿ ਸ਼ਖਸੀਅਤ ਦੇ ਮਾਲਕ ਜੀ, ਕੈਸੀ ਸ਼ਖਸੀਅਤ ਦੇ ਮਾਲਕ ਨੇ ਜਿਨ੍ਹਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਆਪਾਂ ਸਿਫਤ ਕਰੀਏ ਤੇ ਲੋਕ ਕਹਿਣਗੇ ਕਿ ਆਪਣੇ ਵੱਲੋਂ ਗੱਲਾਂ, ਪਰ ਜਦੋਂ ਵਿਰੋਧੀ ਮਾਰਨ ਵਾਲੇ ਜੀ ਉਹ ਕਰਤਾ ਭਾਵੇਂ ਨਿੰਦਿਆ ਰਹੇ, ਪਰ ਉਹ ਵੀ ਸਿਫਤਾਂ ਹੀ ਬਣ ਰਹੀਆਂ ਜੀ। ਕਿਉਂਕਿ ਜਿਹੜਾ ਗੁਰਮੁਖ ਹੁੰਦਾ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਜਿਹੜੇ ਹਰੀ ਦੇ ਪਿਆਰੇ ਦੇ ਵਿਰੋਧੀ ਹੋਣ ਨਾ, ਉਹ ਆਪਣੇ ਵੱਲੋਂ ਤੇ ਵਿਰੋਧ ਕਰਦੇ, ਪਰ ਉਹਦੀ ਸਿਫਤ ਹੀ ਹੁੰਦੀ ਹੈ ਕਿਉਂਕਿ ਉਹਦੇ ਕੋਲ ਕੋਈ ਐਬ ਨਹੀਂ। ਤੇ ਜੇ ਉਹਦੇ ਐਬ ਦੱਸਣਗੇ, ਉਹਨਾਂ ਲਈ ਤੇ ਐਬ ਹੋਣਗੇ, ਪਰ ਹੋਣਗੇ ਗੁਣ। ਗੁਰਮੁਖ ਦੇ ਵਿੱਚ ਹਮੇਸ਼ਾ ਗੁਣ ਹੀ ਹੁੰਦੇ ਨੇ, ਔਗਣ ਕੋਈ ਹੁੰਦਾ ਹੀ ਨਹੀਂ ਜੀ। ਜ਼ਕਰੀਆ ਖਾਨ ਨੇ ਸਿਰਾਂ ਦੇ ਮੁੱਲ ਪਾਏ, ਸਿੰਘਾਂ ਦਾ ਪੱਤਾ ਪੱਤਾ ਵੈਰੀ ਹੈ। ਇੱਕ ਦਿਨ ਜ਼ਕਰੀਆ ਖਾਨ ਹੀ ਆਪਣੀ ਸਭਾ ਦੇ ਵਿੱਚ ਬੈਠਾ, ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਜੀ, ਆਪਣੀ ਸਭਾ ਦੇ ਵਿੱਚ ਬੈਠਾ ਆਪਣੇ ਵਜ਼ੀਰਾਂ ਦੇ ਨਾਲ ਵਿਚਾਰ ਚਰਚਾ ਕਰਦਾ, ਕਹਿੰਦਾ ਵੀ ਇਹਨਾਂ ਨੂੰ ਮੈਂ ਖੇਤੀ ਤਾਂ ਕਰਨ ਨਹੀਂ ਦਿੰਦਾ, ਪਾਬੰਦੀ ਲਾ ਦਿੱਤੀ ਹੈ। ਭਾਈ ਤਾਰੂ ਸਿੰਘ ਵੀ ਇੱਕ ਕਿਸਾਨ ਪਰਿਵਾਰ ਦੇ ਵਿੱਚੋਂ ਹੀ ਸਨ, ਖੇਤੀ ਕਰਦੇ ਸਨ। ਅੱਜ ਕਿਸਾਨਾਂ ਤੇ ਵੀ ਧੱਕਾ ਹੋ ਰਿਹਾ, ਪਰ ਇਹ ਭਾਰਤ ਦਾ ਇੱਕ ਮਤਲਬ ਕਿ ਵਿਰਾਸਤ ਹੈ, ਭਾਰਤ ਦਾ ਵਿਰਸਾ ਆ। ਕਿਸਾਨੀ ਤੋਂ ਬਿਨਾ, ਖੇਤੀ ਤੋਂ ਬਿਨਾ ਭਾਰਤ ਵਿੱਚ ਕੁਝ ਵੀ ਨਹੀਂ, ਕੱਖ ਵੀ ਨਹੀਂ। ਭਾਈ ਤਾਰੂ ਸਿੰਘ ਜੀ ਵੀ ਕਿਸਾਨ ਪਰਿਵਾਰ ਚੋਂ ਸਨ। ਜ਼ਕਰੀਆ ਖਾਨ ਕਹਿੰਦਾ ਇਹਨਾਂ ਦੀ ਖੇਤੀ ਤੇ ਪਾਬੰਦੀ ਲਾ ਦਿੱਤੀ ਹੈ, ਇਹਨਾਂ ਦੇ ਜੋ ਸੰਗਤ ਇਹਨਾਂ ਨੂੰ ਦਸਵੰਧ ਭੇਟਾ ਕਰਦੀ ਸੀ ਉਹਨਾਂ ਉੱਤੇ ਵੀ ਪਾਬੰਦੀ ਲਾ ਦਿੱਤੀ ਹੈ। ਇਹਨਾਂ ਦੇ ਖਾਣ ਤੇ ਪਾਬੰਦੀ ਹੈ, ਇਹਨਾਂ ਦੇ ਪਾਣ ਤੇ ਪਾਬੰਦੀ ਹੈ, ਇਹਨਾਂ ਦੇ ਸੌਣ ਤੇ ਪਾਬੰਦੀ ਹੈ, ਇਹਨਾਂ ਦੇ ਰਹਿਣ ਤੇ ਪਾਬੰਦੀ ਹੈ। ਹੁਣ ਤੇ ਮਰ ਮੁੱਕੀ ਜਾਣਗੇ, ਹੁਣ ਕਿੱਥੋਂ ਇਹ ਖਾਣਗੇ, ਕਿੱਥੋਂ ਪਾਉਣਗੇ? ਇਹ ਆਪਣੇ ਆਪ ਹੀ ਦੀਨ ਧਰਮ ਵਿੱਚ ਆ ਜਾਣਗੇ ਤੇ ਜਾਂ ਫਿਰ ਇਹ ਮਰ ਮੁੱਕ ਜਾਣਗੇ। ਤਸੀਹੇ ਹੀ ਇੰਨੇ ਦੇ ਦਿੱਤੇ ਨੇ। ਹੁਣ ਤੇ ਖਤਮ ਹੋ ਗਿਆ ਕੰਮ, ਕਿੱਥੋਂ ਖਾਣਗੇ, ਕਿੱਥੋਂ ਸੌਣਗੇ, ਕਿੱਥੋਂ ਪਾਉਣਗੇ? ਸਮਾਂ ਉਹਦੀ ਗਹਿਰਾਈ 'ਚ ਜਾ ਕੇ ਸੰਗਤ ਜੀ ਸੁਣੀਏ। ਸਿਰਫ ਇੱਕ ਇਤਿਹਾਸ ਦਾ ਕੰਨ ਰਸ ਤੱਕ ਨਾ ਲੈ ਜਾਈਏ, ਇਹਨੂੰ ਰੂਹ ਦਾ ਖੁਰਾਕ ਬਣਾ ਕੇ ਇੱਕ ਵਾਰੀ ਫੇਰ ਭਾਈ ਸਾਹਿਬ ਉਹ ਹਾਲਾਤ ਦੱਸਿਓ ਕਿ ਕਿਹੜੀ ਕਿਹੜੀ ਪਾਬੰਦੀ ਉਹਨਾਂ ਲਾਤੀ ਸੀ। ਅੱਜ ਆਪਾਂ ਸਾਰਾ ਕੁਝ, ਸਭ ਕੁਝ ਪੱਲੇ ਹੁੰਦਿਆਂ ਵੀ, ਸਾਰੀਆਂ ਸੁੱਖ ਸਹੂਲਤਾਂ ਹੁੰਦਿਆਂ ਵੀ ਅਸੀਂ ਕਈ ਵਾਰੀ ਕਮਜ਼ੋਰ ਪੈ ਜਾਂਦੇ। ਵੇਖੋ ਉਹ ਕਿੰਨਾ ਹਾਲਾਤਾਂ 'ਚ ਤਗੜੇ ਸੀ। ਇੱਕ ਵਾਰੀ ਦੁਬਾਰਾ ਉਹ ਸਾਰਾ ਹਾਲਾਤ ਦੱਸੋ ਸੰਗਤ ਜੀ, ਆਪਣੇ ਮਨ ਇਕਾਗਰ ਕਰਕੇ ਸੁਣੀਏ। ਭਾਈ ਤਾਰੂ ਸਿੰਘ ਜੀ ਦਾ ਜੇ ਇਤਿਹਾਸ ਸੁਣ ਰਹੇ ਹਨ ਤੇ ਉਹ ਸਮਾਂ ਵੇਖੀਏ ਕਿ ਕਿਹੜੇ ਸਮੇਂ 'ਚ ਉਹਨਾਂ ਨੇ ਸਾਰਾ ਕੁਝ ਅੱਜ ਖਾਲਸਾ ਪੰਥ ਦੀ ਚੜ੍ਹਦੀ ਕਲਾ, ਫਿਰ ਵੀ ਕਈ ਵਾਰ ਕੁਝ ਢਹਿੰਦੀ ਕਲਾ ਦੀ ਬਾਤ ਪਾ ਜਾਂਦੇ ਕਿ ਕੌਮ ਖਤਰੇ 'ਚ ਹੈ, ਪਰ ਨਹੀਂ, ਇਹ ਤੇ ਉਦੋਂ ਨਾ ਖਤਰੇ 'ਚ ਹੋਈ ਜਦੋਂ ਜ਼ਕਰੀਆ ਖਾਨ ਕਹਿ ਰਿਹਾ ਕਿ ਇਹਨਾਂ ਦੇ ਖਾਣ ਤੇ ਪਾਬੰਦੀ ਹੈ, ਇਹਨਾਂ ਦੇ ਪਾਣ ਤੇ ਪਾਬੰਦੀ ਹੈ, ਇਹਨਾਂ ਦੇ ਸੌਣ ਤੇ ਪਾਬੰਦੀ ਹੈ, ਇਹਨਾਂ ਦੇ ਰਹਿਣ ਤੇ ਵੀ ਪਾਬੰਦੀ ਹੈ। ਇਹ ਕਿਤੇ ਰਹਿ ਨਹੀਂ ਸਕਦੇ, ਕਿਤੇ ਸੌ ਨਹੀਂ ਸਕਦੇ। ਸੌਣਗੇ ਤੇ ਇਹਨਾਂ ਦਾ ਸਿਰ ਧੜ ਤੋਂ ਜੁਦਾ ਕਰ ਦੋ। ਜਿਹਦੇ ਘਰ ਸੌਣਗੇ ਉਹਦਾ ਉਜਾੜ ਦਿਓ। ਜੇ ਕੋਈ ਇਹਨਾਂ ਨੂੰ ਖਾਣ ਲਈ ਦਿੰਦਾ, ਉਹਦਾ ਪਰਿਵਾਰ ਹੀ ਕੋਲੂ ਚ ਪੀ ਦਿਓ, ਉਹਦੀ ਨਸਲਾਂ ਖਤਮ ਕਰ ਦਿਓ। ਇਤਨਾ ਤਸੀਹੇ ਦਿੱਤੇ ਗਏ। ਪਰ ਉਹ ਭਾਈ ਰਤਨ ਸਿੰਘ ਭੰਗੂ ਕਹਿੰਦੇ ਆ, ਜਦੋਂ ਹਾਕਮਾਂ ਦੀ ਮੌਤ ਨੇੜੇ ਆ ਜਾਵੇ ਨਾ, ਹਾਕਮਾਂ ਦੇ ਦਿਨ ਬੁਰੇ ਆ ਜਾਣ, ਉਹ ਫਿਰ ਖਾਲਸੇ ਵੱਲ ਮੂੰਹ ਕਰਦੇ ਆ। ਉਹ ਫਿਰ ਖਾਲਸਾ ਉਹਨਾਂ ਨੂੰ ਫਿਰ ਐਸੀ ਮੌਤ ਦਿੰਦਾ, ਜਿਵੇਂ ਭਾਈ ਤਾਰੂ ਸਿੰਘ ਨੇ ਕਿਹਾ ਸੀ ਨਾ ਵੀ ਹਾਕਮਾਂ ਤੈਨੂੰ ਜੁੱਤੀ ਨਾਲ ਅੱਗੇ ਲਾ ਕੇ ਤੋਰੂੰਗਾ। ਫਿਰ ਇਹ ਖਾਲਸਾ ਹੀ ਇਹਨਾਂ ਦਾ ਸੌਦਾ ਲਾਉਂਦਾ। ਪਰ ਉਹ ਵੀ ਚੜ੍ਹਦੀ ਕਲਾ 'ਚ ਕਿ ਸੌਣ ਤੇ ਪਾਬੰਦੀ, ਖਾਣ ਤੇ ਪਾਬੰਦੀ, ਪਹਿਨਣ ਤੇ ਪਾਬੰਦੀ, ਰਹਿਣ ਤੇ ਪਾਬੰਦੀ, ਪਰ ਘੋੜਿਆਂ ਦੀਆਂ ਕਾਠੀਆਂ ਤੇ ਵਰਸ਼ਿਆਂ ਦਾ ਆਸਰਾ ਲੈ ਕੇ ਵੀ ਗੁਰੂ ਕੇ ਨਿਹੰਗ ਸਿੰਘ ਲਾੜਲੀਆਂ ਫੌਜਾਂ
ਚੜ੍ਹਦੀ ਕਲਾ ਦੇ ਓਹੋ। ਬਾਤਾਂ ਪਾਉਂਦੀਆਂ, ਅਕਾਲ ਅਕਾਲ ਗੁਰਬਰ ਅਕਾਲ ਦੇ ਜਾਪ ਜਪਦੀ। ਓਹੋ। ਔਰ ਫਿਰ ਉਦੋਂ ਜੇ ਲੰਗਰ ਮਿਲ ਵੀ ਜਾਂਦਾ ਸੀ ਨਾ ਕਿਸੇ ਸਿੰਘ ਨੂੰ, ਆ ਗੁਰੂ ਨਾਨਕ ਦਾ ਲੰਗਰ ਅੱਜ ਪੂਰੇ ਵਰਲਡ ਵਿੱਚ ਆਹਾ। ਆ ਮਹਾਮਾਰੀ ਆਈ, ਦੇਸ਼ਾਂ ਦੀਆਂ ਸਰਕਾਰਾਂ ਹੱਥ ਖੜੇ ਕਰ ਗਈਆਂ, ਗੁਰੂ ਨਾਨਕ ਦਾ ਚਲਾਇਆ 20 ਰੁਪਇਆਂ ਦਾ ਲੰਗਰ ਨਹੀਂ ਤੋਟ ਆਈ। ਓਹੋ, ਬਿਲਕੁਲ। ਕਿਉਂ? ਗੁਰੂ ਬਾਬੇ ਕਿਉਂਕਿ ਦੀ ਐਸੀ ਕਿਰਪਾ, ਮੈਂ ਸਮਝਦਾ ਕਿ 550 ਸਾਲਾ ਜਿਹੜਾ ਸੀਗਾ ਨਾ, ਸਾਲ ਤਾਂ ਆਪਾਂ ਉਸੇ ਚੋਂ ਹੀ ਗੁਜ਼ਰ ਰਹੇ ਆ, ਜੀ। ਪਰ ਇਹਨੇ ਸਾਨੂੰ ਵੇਖਣ ਨੂੰ ਤਾਂ ਭਾਵੇਂ ਲੱਗਦਾ ਕਿ ਮਹਾਂਮਾਰੀ ਜਾਂ ਜੋ ਵੀ ਹਾਲਾਤ ਨੇ, ਪਰ ਮਹਾਰਾਜ ਨੇ ਸਾਨੂੰ ਬੜਾ ਕੁਝ ਇਹਦੇ ਚ ਦਿਖਾ ਬੜਾ ਦਿੱਤਾ, ਕੁਝ ਬੜਾ ਕੁਝ ਦਿਖਾ ਦਿੱਤਾ। ਗੁਰੂ ਨਾਨਕ ਦੀ ਕਰਾਮਾਤ ਵਰਤੀ ਇਹਦੇ ਚ ਸਾਨੂੰ ਲੰਗਰ ਦੀ ਕਰਾਮਾਤ ਬੜੀ ਪ੍ਰਤੱਖ ਦਿਖੀ ਹੈ। ਜੀ। ਬੜੇ ਬੜੇ ਵੱਡੇ ਮੁਲਕਾਂ ਦੀਆਂ ਸਰਕਾਰਾਂ ਨੇ ਇਸ ਚੀਜ਼ ਨੂੰ ਰੈਕਗਨਾਈਜ਼ ਕੀਤਾ ਕਿ ਹਾਂ, ਇਹ ਸਿੱਖ ਜਿਹੜੇ ਨੇ ਹਰ ਮੁਲਕ 'ਚ ਹੀ ਹੋਣੇ ਚਾਹੀਦੇ ਨੇ। ਹਰ ਮੁਲਕ ਚ ਹੋਣੇ। ਹਾਂ, ਇਹ ਕਿਉਂ ਹੋਣੇ ਚਾਹੀਦੇ ਨੇ? ਆਹ ਇਤਿਹਾਸ ਜੇ ਪਿੱਛੇ ਸੰਗਤ ਜੀ, ਇਹ ਅੱਜ ਜੇ ਲੰਗਰ ਲੱਗੇ ਨਾ ਕੁੱਲ ਦੁਨੀਆ ਦੇ ਵਿੱਚ, ਕਿਉਂ ਲੱਗੇ? ਕਿਉਂਕਿ ਸਾਡੇ ਬਜ਼ੁਰਗਾਂ ਦੇ ਮਨਾਂ ਦੇ ਵਿੱਚ ਇਹ ਲੰਗਰ ਬੜਾ ਡੂੰਘਾ ਜਾ ਚੁੱਕਾ ਸੀ, ਸਾਡੇ ਜੀਨ 'ਚ ਹੈ। ਆਪਾਂ ਕਈ ਵਾਰੀ ਮਹਿਸੂਸ ਕਰਦੇ ਨਾ ਕਿ ਉੱਥੇ ਬਾਹਰ ਜਾ ਕੇ ਇੰਨੇ ਦੂਰ ਜਾ ਕੇ ਉੱਥੇ ਫਿਰ ਲੰਗਰ ਸ਼ੁਰੂ ਹੋ ਜਾਂਦਾ। ਕਿਉਂ ਸ਼ੁਰੂ ਹੋ ਜਾਂਦਾ? ਉਹ ਜਦੋਂ ਨਹੀਂ ਵੀ ਸੀ ਮਿਲਦਾ ਉਦੋਂ ਵੀ ਲੰਗਰ ਹੁੰਦਾ ਸੀ। ਉਦੋਂ ਵੀ ਜੀ। ਸਿੰਘ ਉਦੋਂ ਭਾਵੇਂ ਭੁੱਖਾਂ ਕੱਟਦੇ ਸੀ, ਕੜਾਕੇ ਕੱਟਦੇ ਸੀ, ਪਰ ਜੇ ਲੰਗਰ ਕਿਤੋਂ ਆ ਵੀ ਜਾਣਾ, ਪ੍ਰਗਟ ਹੋ ਜਾਣਾ, ਤੇ ਜਦੋਂ ਲੰਗਰ ਪ੍ਰਗਟ ਹੋ ਜਾਣਾ ਤੇ ਜਿਹੜੇ ਵੈਰੀ ਉਹਨਾਂ ਦੀ ਸੂਹਾਂ ਲੈਂਦੇ ਸਨ, ਜਿਹੜੇ ਇਸ ਤਲਾਸ਼ 'ਚ ਸਨ ਵੀ ਇਹ ਜਦੋਂ ਅੱਖ ਝਪਕਣਗੇ ਤੇ ਇਹਨਾਂ ਤੇ ਹਮਲਾ ਕਰਾਂਗੇ, ਤੇ ਉਹਨਾਂ ਨੂੰ ਵੀ ਨਗਾਰੇ ਤੇ ਚੋਟ ਲਾ ਕੇ ਕਹਿੰਦੇ ਸਨ, ਆ ਜਾਓ, ਵੈਰੀ ਵਿਰੋਧਤਾ ਇੱਕ ਪਾਸੇ, ਆਓ ਤੁਸੀਂ ਵੀ ਗੁਰੂ ਨਾਨਕ ਦਾ ਲੰਗਰ ਛਕੋ। ਓਏ ਹੋਏ। ਤੇ ਜੇ ਪੁੱਛਣਾ ਕਿ ਉਹਨਾਂ ਨੂੰ ਕਹਿਣਾ, ਉਹ ਸਵੇਰ ਦਾ ਸਾਡੇ ਤੇ ਸੂਹਾਂ ਲਾ ਕੇ ਸਾਡੇ ਤੇ ਪਹਿਰੇ ਦੇ ਰਹੇ ਨੇ, ਉਹ ਵਿਚਾਰੇ ਭੁੱਖੇ ਹੋਣਗੇ। ਤੇ ਗੁਰੂ ਨਾਨਕ ਦਾ ਸਿੱਖ ਕਿਸੇ ਨੂੰ ਭੁੱਖਾ ਨਹੀਂ ਵੇਖ ਸਕਦਾ। ਨਿਰਵੈਰ ਰੋਜ਼ ਜਪਜੀ ਸਾਹਿਬ ਚ ਪੜ੍ਹਦੇ ਆ, ਪਰ ਉਹਨਾਂ ਨੇ ਸੱਚਮੁੱਚ ਉਹਨਾਂ ਪੜ੍ਹਿਆ ਨਹੀਂ, ਉਹਨਾਂ ਅੰਦਰ ਵਸਾ ਲਿਆ, ਉਹਨਾਂ ਕਮਾ ਲਿਆ। ਵੇਖੋ ਨਾ, ਐਸੇ ਦੁਸ਼ਮਣਾਂ ਦੀ ਫਿਰ ਦੁਸ਼ਮਣ ਵੀ ਤਾਂ ਸਿਫਤ ਕਰੂਗਾ ਹੀ ਨਾ। ਇਹ ਇੱਕ ਵਾਰੀ ਦੀ ਗੱਲ ਨਹੀਂ, ਬੜੀ ਵਾਰੀ ਇਤਿਹਾਸ ਦੇ ਵਿੱਚ ਇਹ ਘਟਨਾ ਵਾਪਰੀ ਕਿ ਜਦੋਂ ਸਿੰਘਾਂ ਨੇ ਲੰਗਰ ਤਿਆਰ ਹੋ ਜਾਣਾ ਤੇ ਨਗਾਰਿਆਂ ਤੇ ਚੋਟਾਂ ਲਾਉਣੀਆਂ ਤੇ ਦੁਸ਼ਮਣਾਂ ਨੇ ਵੀ ਆ ਜਾਣਾ ਜੀ, ਉਹਨਾਂ ਨੂੰ ਪਹਿਲਾਂ ਛਕਾਉਣਾ। ਇਹ ਮੇਰੇ ਗੁਰੂ ਬਾਬੇ ਦੀ ਕਰਾਮਾਤ ਹੈ। ਬਾਬੇ ਨੇ ਬਹੁਤ ਕਰਾਮਾਤਾਂ ਕੀਤੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਬੜੀ ਵੱਡੀ ਕਰਾਮਾਤ ਇਹ ਹੈ ਕਿ ਭੁੱਖਿਆਂ ਨੂੰ ਦਾਤੇ ਬਣਾ ਦੇਣਾ। ਖੁਦ ਭੁੱਖੇ ਨੇ, ਸਰੀਰੋਂ ਭੁੱਖੇ ਨੇ, ਪਰ ਦਾਤੇ ਨੇ। ਇਹ ਕੌਣ ਕਰ ਸਕਦਾ ਹੈ? ਇਹ ਸਾਡਾ ਗੁਰੂ ਬਾਬਾ ਕਰ ਸਕਦਾ, ਗੁਰੂ ਨਾਨਕ ਸਾਹਿਬ ਕਰ ਸਕਦੇ, ਗੁਰੂ ਕਲਗੀਧਰ ਕਰ ਸਕਦਾ। ਆਪਣੇ ਅੰਦਰ ਜ਼ਰੂਰਤ ਹੈ, ਪਰ ਫੇਰ ਸੋਚਣਾ ਕਿ ਉਹਨੂੰ ਵੀ ਲੋੜ ਹੈ, ਉਹਨੂੰ ਵੀ ਲੋੜ ਹੈ। ਉਹ ਵਿਚਾਰਾ ਭੁੱਖਾ ਹੈ, ਵਿਚਾਰਾ ਭੁੱਖਾ ਹੈ, ਉਹ ਕੀ ਛਕੇਗਾ, ਉਹ ਕੀ ਖਾਊਗਾ? ਹੈ ਉਹ ਸਾਡੀ ਸੀਆਈਡੀ ਲੈਣ ਲਈ ਸਵੇਰ ਦਾ ਬੈਠਾ ਏਡਾ ਸਿਦਕ। ਦੇਖੋ ਇਹ ਸਿਦਕ ਜਿਹੜਾ ਉਦੋਂ ਵੀ ਸੀ, ਅੱਜ ਵੀ ਕਈ ਵਾਰੀ ਆਪਾਂ ਪਿਛਲੇ ਸਮਿਆਂ ਦੇ ਵਿੱਚ ਕਈ ਵਾਰੀ ਵੇਖਦੇ ਆ ਫੋਟੋਆਂ, ਉਹ ਜਿਹੜੇ ਪੁਲਸੀਏ ਡਾਂਗਾ ਮਾਰਦੇ ਹੁੰਦੇ ਆ ਨਾ, ਬਾਅਦ ਚ ਉਸੇ ਲੰਗਰ ਚ ਬੈ ਕੇ ਉਹਨਾਂ ਨੂੰ ਵੀ ਪ੍ਰਸ਼ਾਦਾ ਛਕਾ ਰਹੇ। ਉਸੇ ਜੀ ਪ੍ਰਸ਼ਾਦਾ ਮਿਲਦਾ। ਇਹ ਗੁਰੂ ਨਾਨਕ ਦਾ ਲੰਗਰ, ਗੁਰੂ ਨਾਨਕ ਦਾ ਲੰਗਰ ਐਸਾ ਹੈ, ਇਹ ਮੇਰ ਤੇ ਸੱਚੀ ਮੁੱਚੀ ਮੁਕਾ ਦਿੰਦਾ। ਮੈਨੂੰ ਇੱਕ ਬਚਨ ਚੇਤੇ ਆ ਗਿਆ, ਦਾਸ ਨੇ ਵੀ ਇਹ ਬਚਨ ਸੁਣਿਆ ਸੀ ਡਾਕਟਰ ਹਰਪਾਲ ਸਿੰਘ ਪੰਨੂ ਜੀ ਤੋਂ। ਜੀ ਜੀ। ਉਹ ਕਹਿੰਦੇ ਜਿਹੜਾ ਇਹ ਇੱਕ ਓੰਕਾਰ ਨਿਰਵੈਰ ਦਾ ਇਹ ਜਿਹੜਾ ਸਿਧਾਂਤ ਆ ਨਾ, ਇਹ ਇਕੱਲਾ ਪੜ੍ਹਨ ਦਾ ਵਿਸ਼ਾ ਨਹੀਂ, ਲਿਖਣ ਦਾ ਵਿਸ਼ਾ ਨਹੀਂ। ਕਹਿੰਦੇ ਬਲਵੰਤ ਸਿੰਘ ਗਾਰਗੀ ਬੜੇ ਵੱਡੇ ਲੇਖਕ ਹੋਏ ਆ, ਉਹਨਾਂ ਦੇ ਜੀਵਨ ਦੀ ਘਟਨਾ ਦਾ ਉਹਨਾਂ ਨੇ ਜ਼ਿਕਰ ਕੀਤਾ। ਉਹ ਕਹਿੰਦੇ ਬਠਿੰਡੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ ਉਦੋਂ ਸਕੂਲ ਵਗੈਰਾ ਨਹੀਂ ਸਨ ਜ਼ਿਆਦਾ। ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਇਲਾਕੇ ਦੇ ਗੁਰਦੁਆਰੇ 'ਚ ਭੇਜ ਦੇਣਾ ਕਿ ਜਾ ਕੇ ਪੜ੍ਹ ਆਇਆ। ਕਹਿੰਦੇ ਬਲਵੰਤ ਸਿੰਘ ਗਾਰਗੀ ਨੇ ਜਾਣਾ ਬਾਲ ਅਵਸਥਾ ਦੇ ਵਿੱਚ, ਉੱਥੇ ਖੇਡ ਕੇ ਵਾਪਸ ਆ ਜਾਣਾ ਬੱਚਿਆਂ ਨਾਲ। ਥੋੜੇ ਕਿ ਦਿਨ ਹੋਏ, ਬਲਵੰਤ ਸਿੰਘ ਗਾਰਗੀ ਕਹਿੰਦੇ ਮੈਂ ਪੁੱਛਿਆ ਵੀ ਇੱਥੇ ਕੋਈ ਪੜਾਉਂਦਾ ਵੀ ਹੈ ਕਿ ਨਹੀਂ। ਉਹ ਕਹਿੰਦੇ ਨਿਹੰਗ ਸਿੰਘਾਂ ਦਾ ਗੁਰਦੁਆਰਾ ਹੈ, ਜਿਹੜੇ ਨਿਹੰਗ ਬਾਬਾ ਜੀ ਰਹਿੰਦੇ ਨੇ ਉਹ ਜ਼ਿਆਦਾ ਚੱਕਰਵਰਤੀ ਰਹਿੰਦੇ ਨੇ, 6 ਮਹੀਨਿਆਂ ਬਾਅਦ ਆਉਂਦੇ ਨੇ, ਸੰਥਿਆ ਪਕਾ ਜਾਂਦੇ ਨੇ, ਪਿਛਲੀ ਸੁਣ ਜਾਂਦੇ ਨੇ, ਅੱਗੋਂ ਕਰਾ ਜਾਂਦੇ ਨੇ। ਉਹ ਕਹਿੰਦੇ ਇੰਨੇ ਨੂੰ ਨਿਹੰਗ ਸਿੰਘ ਜੀ ਆਏ, ਉਹਨਾਂ ਨੇ ਮੈਨੂੰ ਪੁੱਛਿਆ, ਉਹ ਘੋੜੇ ਤੇ ਸਵਾਰ, ਹੱਥ 'ਚ ਬਰਛਾ, ਸੀਸ ਤੇ ਫਰਲਾ, ਮਸ਼ਹਿਰੇ ਤਾਂ ਨੂੰ। ਮੈਨੂੰ ਪੁੱਛਦੇ ਕਾਕਾ ਇੱਥੇ ਖੇਡਣ ਆਉਣਾ? ਗਾਰਗੀ ਸਾਹਿਬ ਕਹਿੰਦੇ ਕਿ ਨਹੀਂ, ਮੈਂ ਪੜ੍ਹਨ ਆਉਣਾ। ਕਹਿੰਦੇ ਕੋਈ ਸਬਕ ਸੁਣਾ। ਉਹ ਕਹਿੰਦੇ ਮੈਂ ਕਿਹਾ ਵੀ ਮੈਂ ਹਜੇ ਕੁਝ ਸਿੱਖਿਆ ਨਹੀਂ, ਮੇਰੀ ਮੁਲਾਕਾਤ ਪਹਿਲੀ ਵਾਰ ਹੋਈ ਹੈ। ਨਿਹੰਗ ਸਿੰਘ ਨੇ ਉਹਨਾਂ ਨੂੰ
ਅੱਖਾਂ ਭਰ ਕੇ ਵੇਖਿਆ, ਬਰਸ਼ੇ ਦੀ ਨੋਕ ਦੇ ਨਾਲ ਕਹਿੰਦੇ ਜ਼ਮੀਨ ਤੇ ਇੱਕ ਓੰਕਾਰ ਪਾਇਆ, ਕਹਿੰਦੇ ਤੇਰੀ ਜ਼ਿੰਦਗੀ ਦਾ ਇਹ ਵੀ ਪਹਿਲਾ ਸਬਕ ਹੈ, ਇਹਨੂੰ ਜ਼ਿੰਦਗੀ 'ਚ ਕਮਾ ਲੈ, ਕਦੇ ਮਾਰ ਨਹੀਂ ਖਾਏਗਾ। ਤੇ ਉਹ ਗਾਰਗੀ ਸਾਹਿਬ ਕਹਿੰਦੇ ਵੀ ਅੱਜ ਵੀ ਜਦੋਂ ਮੈਂ ਸੌਣਾ ਅੱਖਾਂ ਬੰਦ ਕਰਦਾ ਨਾ ਤੇ ਦੁਨੀਆ ਦੇ ਝਗੜੇ ਵੇਖਦਾ, ਮੈਨੂੰ ਐਂ ਲੱਗਦਾ ਵੀ ਕੋਈ ਗੁਰੂ ਕਾ ਨਿਹੰਗ ਸਿੰਘ ਘੋੜੇ ਤੇ ਸਵਾਰ ਹੋ ਕੇ ਆਏਗਾ ਤੇ ਇਹ ਦੱਸੇਗਾ ਵੀ ਇੱਕ ਓੰਕਾਰ ਨਿਰਭਉ ਨਿਰਵੈਰ ਕਾਗਜ਼ਾਂ ਤੇ ਨਹੀਂ, ਇਹ ਹਿਰਦਿਆਂ ਤੇ, ਇਹ ਧਰਤੀ ਦੇ ਟੁਕੜਿਆਂ ਤੇ ਲਿਖਣ ਦਾ ਵਿਸ਼ਾ ਸੀ, ਜਿੱਥੇ ਬਟਵਾਰੇ ਕਰ ਦਿੱਤੇ ਗਏ। ਇਹ ਜੇ ਸਾਡੇ ਇੱਕ ਓੰਕਾਰ ਸਾਡੇ ਹਿਰਦਿਆਂ ਤੇ ਲਿਖਿਆ ਜਾਏ ਨਾ, ਤੇ ਮੈਨੂੰ ਲੱਗਦਾ ਦੂਈ ਦਵੈਤ ਫਿਰ ਆਪੇ ਹੀ ਖਤਮ ਹੋ ਜਾਏਗੀ। ਸੋ ਇਸ ਰਮਜ ਨੂੰ ਅੱਜ ਸਮਝਣ ਦੀ ਥੋੜੀ ਜਿਹੀ ਕੋਸ਼ਿਸ਼ ਕਰਦੇ ਪਏ ਆ। ਗੁਰੂ ਸਾਹਿਬ ਕਿਰਪਾ ਕਰਨ, ਛੋਟਾ ਜਿਹਾ ਵਿਸ਼ਰਾਮ ਲੈ ਕੇ ਬਹੁਤ ਜਲਦੀ ਹਾਜ਼ਰ ਹੋ ਰਹੇ ਹਾਂ।